ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲਖਦਾਤਾ ਪੀਰ ਦੀ, ਮੌਜ਼ ਫਕੀਰ ਦੀ। ਇਹ ਸਰੀਰ ਇਹ ਹਰੀ ਦਾ ਮੰਦਰ ਆ। ਭਗਤੀ ਇਸੇ ਸਰੀਰ ਵਿੱਚ ਰਹਿ ਕੇ ਹੋ ਸਕਦੀ ਆ। ਪਰਮਾਤਮਾ ਨੂੰ ਵੀ ਇਸੇ ਸਰੀਰ ਦੇ ਵਿੱਚ ਪਾਇਆ ਜਾ ਸਕਦਾ। ਇਸ ਲਈ ਭੁੱਖੇ ਰਹਿਣ ਦੀ ਲੋੜ ਨਹੀਂ ਹੈਗੀ, ਨੰਗੇ ਪੈਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਡੰਡੋਤ ਕਰਨ ਦੀ ਲੋੜ ਨਹੀਂ ਹੈਗੀ, ਪੁੱਠੇ ਲੜਕਣ ਦੀ ਲੋੜ ਨਹੀਂ ਹੈਗੀ, ਇੱਕ ਲੱਤ 'ਤੇ ਖੜੇ ਹੋਣ ਦੀ ਲੋੜ ਨਹੀਂ ਹੈਗੀ। ਸਰੀਰ ਨੂੰ ਕਸ਼ਟ ਨਾ ਦਿਓ। ਜੇ ਸਰੀਰ ਨੂੰ ਕਸ਼ਟ ਦਿਓਗੇ, ਸਰੀਰ ਹੀ ਤੁਹਾਡਾ ਤੰਦਰੁਸਤ ਨਹੀਂ ਰਹੂਗਾ, ਠੀਕ ਨਹੀਂ ਰਹੂਗਾ, ਤੁਸੀਂ ਬੰਦਗੀ ਕਿੱਥੋਂ ਕਰੋਗੇ? ਤੁਸੀਂ ਬੰਦਗੀ ਨਹੀਂ ਕਰ ਸਕਦੇ। ਜੇ ਤੁਹਾਡਾ ਸਰੀਰ ਤੰਦਰੁਸਤ ਆ, ਤੁਹਾਡਾ ਸਰੀਰ ਠੀਕ ਆ, ਵਧੀਆ ਆ, ਹੈ ਨਾ, ਫਿਰ ਤੁਸੀਂ ਜਿੰਨੀ ਮਰਜ਼ੀ ਭਗਤੀ ਕਰ ਸਕਦੇ ਹੋ। ਤੁਸੀਂ ਸਰੀਰ ਨੂੰ ਕਸ਼ਟ ਦਿੰਦੇ ਹੋ, ਭੁੱਖੇ ਰਹਿੰਦੇ ਹੋ। ਤੁਸੀਂ ਦੇਖਿਆ ਹੋਣਾ ਕਈ ਲੋਕ ਭੁੱਖੇ ਰਹਿ ਕੇ ਵਰਤ ਰੱਖ ਕੇ ਉਹ ਪ੍ਰਭੂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ, ਹਟ ਜੋ ਕਰਦੇ ਆ। ਪਰ ਦੇਖੋ 100 ਦੇ ਵਿੱਚੋਂ 99% ਲੋਕ ਉਹ ਬਿਮਾਰੀਆਂ ਨਾਲ ਘਿਰੇ ਹੁੰਦੇ ਆ। ਉਹ ਸ਼ੂਗਰ ਹੋਈ ਹੁੰਦੀ ਆ, BP ਦੀ ਪ੍ਰੋਬਲਮ, ਸ਼ੂਗਰ ਦੀ ਪ੍ਰੋਬਲਮ, ਹੋਰ ਤਰ੍ਹਾਂ ਤਰ੍ਹਾਂ ਸਰੀਰ ਕਸ਼ਟ ਉਹਨਾਂ ਨੂੰ ਹੁੰਦੇ ਆ। ਸਰੀਰ ਦਾ ਕੋਈ ਕਸੂਰ ਨਹੀਂ ਹੈਗਾ। ਇਹ ਸਰੀਰ ਦੀ ਕੋਈ ਖੁਰਾਕ ਨਹੀਂ ਹੈਗੀ। ਸਰੀਰ ਦੀ ਖੁਰਾਕ ਹੈਗੀ ਭੋਜਨ, ਤੇ ਆਤਮਾ ਦੀ ਖੁਰਾਕ ਹੈਗੀ ਸਿਮਰਨ, ਪ੍ਰਭੂ ਦਾ ਨਾਮ, ਬੰਦਗੀ, ਭਗਤੀ। ਔਰ ਇਸੇ ਸਰੀਰ ਵਿੱਚ ਰਹਿ ਕੇ ਭਗਤੀ ਹੋ ਸਕਦੀ, ਬੰਦਗੀ ਹੋ ਸਕਦੀ ਆ। ਇਸ ਲਈ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈਗੀ। ਸਾਰੀ ਖੇਡ ਤਾਂ ਮਨ ਦੀ ਆ। ਮਨ ਹੀ ਤਾਂ ਸਭ ਕੁਝ ਕਰਾ ਰਿਹਾ। ਇਹ ਮਨ ਹੀ ਤਾਂ ਸਾਰੇ ਸੰਸਾਰ ਨੂੰ ਨਚਾ ਰਿਹਾ। ਮਨ ਹੀ ਤਾਂ ਸਾਨੂੰ ਬਾਰ-ਬਾਰ ਲੈ ਕੇ ਜਾ ਰਿਹਾ, ਬਾਰ-ਬਾਰ। ਅਸੀਂ ਮਨ ਨੂੰ ਤਾਂ ਇਕਾਗਰ ਕਰਨਾ ਹੈ। ਉਹ ਕਿੱਦਾਂ ਇਕਾਗਰ ਹੋਵੇਗਾ? ਜੇ ਸਾਡਾ ਸਰੀਰ ਤੰਦਰੁਸਤ ਰਹੇਗਾ। ਸਰੀਰ ਤੰਦਰੁਸਤ ਹੋਊਗਾ, ਸਾਡੇ ਕੋਲ ਭਗਤੀ ਵਧੀਆ ਹੋਊਗੀ। ਭਗਤੀ ਵਧੀਆ ਹੋਊਗੀ ਤਾਂ ਸਾਡਾ ਮਨ ਇਕਾਗਰ ਹੋਵੇਗਾ। ਮਨ ਇਕਾਗਰ ਹੋਵੇ ਤਾਂ ਗੱਲ ਬਣੇਗੀ, ਆਤਮਾ ਨੂੰ ਰਸ ਮਿਲੇਗਾ। ਆਤਮਾ ਨੂੰ ਰਸ ਮਿਲੇਗਾ, ਪਰਮਾਤਮਾ ਤੱਕ ਪਹੁੰਚਾਂਗੇ ਆਪਾਂ। ਇਸ ਕਰਕੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈਗੀ। ਸਰੀਰ ਨੂੰ ਤੰਦਰੁਸਤ ਰੱਖੋ ਆਪਣਾ। ਜਦ ਤੱਕ ਤੁਹਾਡਾ ਸਰੀਰ ਤੰਦਰੁਸਤ ਨਹੀਂ, ਤੁਸੀਂ ਭਗਤੀ ਕਿੱਥੋਂ ਕਰੋਗੇ? ਬਜ਼ੁਰਗਾਂ ਕੋਲ ਜਾ ਕੇ ਪੁੱਛੋ, ਜਿਨ੍ਹਾਂ ਦੇ ਹੱਡ ਗੋਡੇ ਰਹਿ ਗਏ ਆ, ਗੋਡੇ ਦਰਦ ਕਰਦੇ ਆ, ਕਈਆਂ ਦੇ ਮੋਢੇ ਦਰਦ ਕਰਦੇ ਆ, ਉਹਨਾਂ ਨੂੰ ਪੁੱਛੋ ਕਿ ਤੁਸੀਂ ਬੰਦਗੀ ਕਰ ਸਕਦੇ ਆ? ਉਹ ਫਿਰ ਆਪਣੇ ਗੁਰੂ ਮਹਾਰਾਜ ਨੂੰ ਇੱਕੋ ਗੱਲ ਕਹਿੰਦੇ ਕਿ ਗੁਰੂਦੇਵ, ਬਾਬਾ ਜੀ ਪਹਿਲਾਂ ਸਾਡੇ ਗੋਡੇ ਠੀਕ ਕਰੋ, ਪਹਿਲਾਂ ਸਾਡੇ ਮੋਢੇ ਠੀਕ ਕਰੋ, ਪਹਿਲਾਂ ਸਾਡੀ ਪਿੱਠ ਠੀਕ ਕਰੋ, ਫਿਰ ਅਸੀਂ ਬੰਦਗੀ ਕਰਾਂਗੇ। ਜਦੋਂ ਠੀਕ ਹੁੰਦੀ ਹੈ ਉਦੋਂ ਤੁਸੀਂ ਭਗਤੀ ਕਰਦੇ ਨਹੀਂ ਹੈਗੇ। ਇਸ ਲਈ ਮੇਰੇ ਪਿਆਰੇ ਦੋਸਤੋ, ਭੈਣੋ ਤੇ ਭਰਾਵੋ, ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈਗੀ। ਭੁੱਖੇ ਰਹਿਣ ਦੀ ਲੋੜ ਨਹੀਂ ਹੈਗੀ, ਵਰਤ ਰੱਖਣ ਦੀ ਲੋੜ ਨਹੀਂ ਹੈਗੀ, ਨੰਗੇ ਪੈਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਡੰਡੋਤ ਕਰਨ ਦੀ ਲੋੜ ਨਹੀਂ ਹੈਗੀ, ਪੁੱਠੇ ਲੜਕਣ ਦੀ ਲੋੜ ਨਹੀਂ ਹੈਗੀ। ਆਪਣੇ ਸਰੀਰ ਨੂੰ ਤੰਦਰੁਸਤ ਰੱਖੋ, ਫਿਰ ਬੰਦਗੀ ਕਰੋ ਆਪਣੀ। ਸਰੀਰ ਨੂੰ ਖੁਰਾਕ ਦੇਣ ਤੋਂ ਪਹਿਲਾਂ ਆਪਣੀ ਆਤਮਾ ਨੂੰ ਵੀ ਖੁਰਾਕ ਦਿਓ। ਆਤਮਾ ਨੂੰ ਕਿੱਦਾਂ ਖੁਰਾਕ ਦੇਣੀ? ਜਦੋਂ ਅਸੀਂ ਰੋਟੀ ਖਾਣੀ ਆ, ਇਕਾਗਰ ਹੋ ਕੇ ਆਪਣੇ ਅੰਤਰ ਦੇ ਵਿੱਚ ਅੱਖਾਂ ਬੰਦ ਕਰਕੇ ਆਪਣੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਆ ਕਿ ਹੇ ਗੁਰੂਦੇਵ, ਪ੍ਰਸ਼ਾਦਾ ਹਾਜ਼ਰ ਹੈ, ਰੋਟੀ ਹਾਜ਼ਰ ਆ, ਭੋਗ ਲਾਓ, ਛਕੋ, ਨਾਲੇ ਮੈਨੂੰ ਵੀ ਛਕਣ ਦੀ ਆਗਿਆ ਦਿਓ। ਫਿਰ ਭੋਜਨ ਛਕਿਆ ਕਰੋ। ਭੋਜਨ ਛਕੋਗੇ, ਸਰੀਰ ਨੂੰ ਤੁਹਾਡੀ ਖੁਰਾਕ ਮਿਲੇਗੀ, ਫਿਰ ਤੁਹਾਡੀ ਬੰਦਗੀ 'ਚ ਵੀ ਧਿਆਨ ਵਧੀਆ ਲੱਗੇਗਾ। ਇੱਕ ਵਾਰ ਇੱਕ ਮਾਤਾ ਦੇ ਕੋਲ ਬੱਕਰੀ ਤੇ ਇੱਕ ਬਾਂਦਰ ਰੱਖਿਆ ਹੋਇਆ ਸੀ ਉਸਨੇ। ਤਾਂ ਮਾਤਾ ਨੂੰ ਕਿਤੇ ਬਾਹਰ ਕੰਮ ਪੈ ਗਿਆ ਤੇ ਬਾਂਦਰ ਨੇ ਦੇਖਿਆ ਕਿ ਘਰੇ ਕੋਈ ਹੈ ਨਹੀਂ। ਉਹਨੇ ਆਪਣਾ ਪਟਾ ਖੋਲ੍ਹ ਕੇ, ਗਲ ਦੇ ਵਿੱਚ ਰੱਸੀ ਖੋਲ੍ਹ ਕੇ ਤੇ ਘਰ ਦੇ ਅੰਦਰ ਜਿੰਨਾ ਵੀ ਮੱਖਣ ਪਿਆ ਸੀ ਉਹਨੇ ਸਾਰਾ ਖਾ ਲਿਆ ਤੇ ਥੋੜ੍ਹਾ ਜਿਹਾ ਮੱਖਣ ਬੱਕਰੀ ਦੇ ਮੂੰਹ ਨੂੰ ਲਗਾ ਦਿੱਤਾ
ਤੇ ਆ ਫਿਰ ਗਲੀ 'ਚ ਰੱਸੀ ਪਾ ਕੇ ਆਰਾਮ ਨਾਲ ਬੈਠ ਗਿਆ। ਇਹ ਸਭ ਕੁਝ ਨਾਲ ਦਾ ਗੁਆਂਢੀ ਉੱਪਰ ਖੜਿਆ ਦੇਖ ਰਿਹਾ ਸੀ ਕਿ ਬਾਂਦਰ ਕੀ ਕਰਦਾ ਪਿਆ। 2-3 ਘੰਟੇ ਬਾਅਦ ਜਦੋਂ ਘਰ ਦੀ ਮਾਲਕਣ ਉਹ ਮਾਤਾ ਵਾਪਸ ਘਰੇ ਆਪਣੇ ਆਈ ਤਾਂ ਉਸਨੇ ਦੇਖਿਆ ਕਿ ਬਰਤਨ ਵਿੱਚ, ਭਾਂਡੇ ਵਿੱਚ ਤਾਂ ਮੱਖਣ ਹੈ ਹੀ ਨਹੀਂ ਹੈਗਾ। ਤਾਂ ਉਸ ਨੂੰ ਗੁੱਸਾ ਆਇਆ। ਜੋ ਦੇਖਿਆ ਇੱਧਰ ਉੱਧਰ ਤਾਂ ਉਹਨੇ ਬੱਕਰੀ ਵੱਲ ਦੇਖਿਆ। ਬੱਕਰੀ ਦੇ ਮੂੰਹ ਨੂੰ ਮੱਖਣ ਲੱਗਿਆ ਹੋਇਆ ਸੀ। ਉਹਨੇ ਸੋਟੀ ਲਿੱਤੀ, ਬੱਕਰੀ ਨੂੰ ਮਾਰਨ ਲੱਗ ਗਈ। ਬੜਾ ਉਹਨੇ ਕੁੱਟਿਆ ਬੱਕਰੀ ਨੂੰ ਤੇ ਬਾਂਦਰ ਹੱਸਦਾ ਪਿਆ ਸੀ, ਆਰਾਮ ਨਾਲ ਦੇਖ ਰਿਹਾ ਸੀ। ਤੇ ਜਿਹੜਾ ਗੁਆਂਢੀ ਇਹ ਸਭ ਕੁਝ ਦੇਖ ਰਿਹਾ ਸੀ ਤਾਂ ਉਸਨੇ ਮਾਤਾ ਨੂੰ ਕਿਹਾ, ਮਾਤਾ ਤੂੰ ਬੱਕਰੀ ਨੂੰ ਕਿਉਂ ਕੁੱਟਦੀ ਪਈ ਆ? ਕਸੂਰ ਤਾਂ ਸਾਰਾ ਬਾਂਦਰ ਦਾ ਹੈਗਾ। ਗਲਤੀ ਤਾਂ ਸਾਰੀ ਬਾਂਦਰ ਨੇ ਕੀਤੀ ਹੈ। ਤੂੰ ਇਸ ਬੱਕਰੀ ਨੂੰ ਕਿਉਂ ਕੁੱਟਦੀ ਪਈ ਆ? ਤੂੰ ਇਹ ਦੇਖ, ਸੋਚ ਕਿ ਬੱਕਰੀ ਕਦੇ ਆਪਣੀ ਰੱਸੀ ਖੋਲ ਸਕਦੀ ਆ? ਇਹ ਬਾਂਦਰ ਨੇ ਆਪਣੀ ਰੱਸੀ ਖੋਲ ਕੇ ਮੱਖਣ ਖਾ ਲਿਆ ਤੇ ਥੋੜਾ ਜਿਹਾ ਮੱਖਣ ਬੱਕਰੀ ਦੇ ਮੂੰਹ ਨੂੰ ਲਗਾ ਦਿੱਤਾ ਤੇ ਆਪ ਰੱਸੀ ਬਣ ਕੇ ਫਿਰ ਦੁਬਾਰਾ ਬੈਠ ਗਿਆ। ਤੇ ਇਹ ਮਾਤੇ, ਸਾਰਾ ਕਸੂਰ ਤਾਂ ਇਸ ਬਾਂਦਰ ਦਾ ਹੈਗਾ। ਤੂੰ ਐਵੇਂ ਬੱਕਰੀ ਨੂੰ ਕੁੱਟੀ ਜਾ ਰਹੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਐਵੇਂ ਸਰੀਰ ਨੂੰ ਕਸ਼ਟ ਦੇਈ ਜਾ ਰਹੇ ਹਾਂ। ਕੰਮ ਤਾਂ ਸਾਰਾ ਮਨ ਦਾ ਆ, ਖੇਡ ਤਾਂ ਸਾਰੀ ਮਨ ਦੀ ਆ। ਅਸੀਂ ਐਵੇਂ ਆਪਣੇ ਸਰੀਰ ਨੂੰ ਕਸ਼ਟ ਦੇਈ ਜਾ ਰਹੇ ਹਾਂ। ਇੱਦਾਂ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਠੀਕ ਹੈ ਨਾ? ਆਪਣੇ ਮਨ ਨੂੰ ਸਿਮਰਨ ਵਿੱਚ ਲਗਾਓ, ਬੰਦਗੀ ਵਿੱਚ ਲਗਾਓ। ਆਪਣੀ ਆਪ ਸਿਮਰਨ ਕਰਨ ਦੀ ਲੋੜ ਨਹੀਂ ਹੈਗੀ। ਇਕਾਗਰ ਹੋ ਕੇ ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਬੈਠ ਜਾਓ। ਤੁਹਾਡੀ ਜੀਭ ਨਹੀਂ ਹਿੱਲਣੀ ਚਾਹੀਦੀ, ਬੋਲ ਨਹੀਂ ਹਿੱਲਣੇ ਚਾਹੀਦੇ। ਆਪਣੇ ਅੰਤਰ ਦੇ ਵਿੱਚ ਆਪਣੇ ਮਨ ਤੋਂ ਸਿਮਰਨ ਕਰਾਓ। ਇਹਨੂੰ ਬਿਜੀ ਰੱਖੋ, ਇਹਨੂੰ ਵਿਅਸਤ ਰੱਖੋ ਆਪਣੇ। ਜੇ ਅਸੀਂ ਰੋਜ਼ ਆਪਣੇ ਮਨ ਤੋਂ ਸਿਮਰਨ ਕਰਾਉਂਗੇ, ਹੌਲੀ ਇਹਨੂੰ ਰਸ ਆਉਣਾ ਲੱਗ ਜੂਗਾ। ਜਦੋਂ ਇਹਨੂੰ ਰਸ ਮਿਲੇਗਾ ਤਾਂ ਸਾਡੀ ਆਤਮਾ ਤੱਕ ਖੁਰਾਕ ਪਹੁੰਚੇਗੀ, ਟਿਕ ਜਾਏਗਾ। ਸਾਡੀ ਫਿਰ ਆਤਮਾ ਨੂੰ ਆਨੰਦ ਮਿਲੇਗਾ। ਆਪਣੇ ਮਨ ਤੋਂ ਸਿਮਰਨ ਕਰੋ, ਵੱਧ ਤੋਂ ਵੱਧ ਜਿੰਨਾ ਕਰਾ ਸਕਦੇ ਹੋ। ਆਪਣਾ ਧਿਆਨ ਇੱਥੇ ਜੋੜਨ ਦੀ ਕੋਸ਼ਿਸ਼ ਕਰੋ। ਜਦੋਂ ਸਾਡੇ ਅੰਤਰ ਦੇ ਵਿੱਚ ਸਵਾਸ ਸਿਮਰਨ ਚੱਲਣ ਲੱਗ ਗਿਆ, ਸਾਡੀ ਹੌਲੀ ਹੌਲੀ ਗੱਲ ਬਣਨ ਲੱਗ ਪੈਣੀ ਆ। ਜਦੋਂ ਸਾਡੇ ਤੇ ਜੋਤ ਜਾਗੀ, ਜਦੋਂ ਇਹ ਪ੍ਰਕਾਸ਼ ਹੋ ਗਿਆ, ਸਮਝੋ ਤੁਸੀਂ ਪਾਸ ਹੋ ਗਏ ਹੋ। ਤੁਹਾਡੀ ਗੱਲ ਬਣ ਗਈ ਆ। ਤੋਂ ਅੱਗੇ ਅਸਲੀ ਸਫ਼ਰ ਸ਼ੁਰੂ ਹੋਣਾ ਫਿਰ ਦੁਬਾਰਾ। ਇੱਥੇ ਤੱਕ ਆ ਜਾਓ। ਕਈ ਲੋਕ ਕਹਿੰਦੇ ਆ ਕਿ ਬਾਬਾ ਜੀ ਅਸੀਂ ਵਰਤ ਰੱਖਦੇ ਹਾਂ, ਹੈ ਨਾ, ਅੱਜ ਮੇਰਾ ਵਰਤ ਆ, ਫਲਾਨਾ ਵਰਤ ਆ। ਵਰਤ ਰੱਖਣ ਦਾ ਫਾਇਦਾ ਕੀ ਆ? ਧਿਆਨ ਤਾਂ ਤੁਹਾਡਾ ਫਲ ਫਰੂਟ ਦੇ ਵਿੱਚ ਰਹਿੰਦਾ ਆ, ਵਰਤ ਦੇ ਪਕੌੜਿਆਂ ਵਿੱਚ ਰਹਿੰਦਾ ਆ। ਸਰੀਰ ਨੂੰ ਕਿਉਂ ਅਸੀਂ ਕਸ਼ਟ ਦੇ ਰਹੇ ਹਾਂ? ਇਸੇ ਸਰੀਰ ਵਿੱਚ ਭਗਤੀ ਹੋ ਸਕਦੀ ਹੈ, ਇਸ ਸਰੀਰ ਵਿੱਚ ਬੰਦਗੀ ਹੋ ਸਕਦੀ ਆ ਜੇ ਸਾਡਾ ਸਰੀਰ ਠੀਕ ਹੋਵੇ, ਤੰਦਰੁਸਤ ਹੋਵੇ। ਜੇ ਸਰੀਰ ਨੂੰ ਬਿਮਾਰੀਆਂ ਲੱਗੀਆਂ ਹੋਣਗੀਆਂ, ਅਸੀਂ ਭਗਤੀ ਕਿੱਥੋਂ ਕਰਾਂਗੇ? ਹਾਏ ਹਾਏ ਕਰਾਂਗੇ। ਆਪਣੇ ਸਰੀਰ ਨੂੰ ਤੰਦਰੁਸਤ ਰੱਖੋ, ਸਰੀਰ ਨੂੰ ਖੁਰਾਕ ਦਿਓ। ਇਸੇ ਸਰੀਰ ਵਿੱਚ ਬੰਦਗੀ ਹੋ ਸਕਦੀ, ਭਗਤੀ ਹੋ ਸਕਦੀ ਹੈ। ਮਨ ਕੜਤ ਕਹਾਣੀਆਂ ਨਾ ਬਣਾਓ, ਅੰਧ ਵਿਸ਼ਵਾਸ ਨਾ ਪਾਓ, ਵਹਿਮਾਂ ਭਰਮਾਂ 'ਚ ਨਾ ਪਾਓ। ਪ੍ਰੈਕਟੀਕਲ ਕਰੋ, ਅਨੁਭਵ ਕਰੋ। ਆਪ ਅਨੁਭਵ ਪ੍ਰੈਕਟੀਕਲ ਕਰੋ। ਪ੍ਰੈਕਟੀਕਲ ਕਰੋਗੇ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲ ਜਾਵੇਗਾ। ਨਹੀਂ ਤਾਂ ਤੁਸੀਂ ਮੇਰੀਆਂ ਗੱਲਾਂ 'ਤੇ ਵੀ ਕਿੰਤੂ ਪਰੰਤੂ ਕੁਐਸਚਨ ਕਰੀ ਜਾਣੇ ਆ। ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖੋ। ਤੁਸੀਂ ਆਪ ਸਮਝਦਾਰ ਹੋ, ਸਿਆਣੇ ਹੋ, ਪੜ੍ਹੇ ਲਿਖੇ ਹੋ। ਇਹ ਸਰੀਰ ਤੁਹਾਡਾ ਤੰਦਰੁਸਤ ਹੋਊਗਾ, ਸਰੀਰ ਤੁਹਾਡਾ ਠੀਕ ਹੋਊਗਾ, ਤੁਸੀਂ ਬੰਦਗੀ ਕਰ ਸਕੋਗੇ। ਜੇ ਤੁਹਾਨੂੰ ਬੁਖਾਰ ਚੜਿਆ ਹੋਵੇ, ਤੁਹਾਡਾ ਸਰੀਰ ਦਰਦ ਕਰਦਾ ਹੋਵੇ, ਤੁਹਾਡਾ ਸਿਰ ਦਰਦ ਕਰਦਾ ਹੋਵੇ, ਹੈ ਨਾ, ਕੀ ਤੁਸੀਂ ਭਗਤੀ ਕਰ ਲਓਗੇ? ਕੀ ਤੁਸੀਂ ਰੱਬ ਰੱਬ ਕਰ ਲਓਗੇ? ਨਹੀਂ ਕਰ ਸਕਦੇ। ਤੁਸੀਂ ਪਹਿਲਾਂ ਆਪਣੇ ਸਰੀਰ ਦਾ ਠੀਕ ਕਰਨ ਦਾ ਇਲਾਜ ਲੱਭੋਗੇ ਕਿ ਮੇਰਾ ਸਰੀਰ ਠੀਕ ਹੋ ਜਾਵੇ। ਇਸ ਲਈ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈਗੀ। ਆਪਣੇ ਸਰੀਰ ਨੂੰ ਤੰਦਰੁਸਤ ਰੱਖੋ। ਠੀਕ ਆ? ਫਿਰ ਰੋਜ਼ ਆਪਣਾ ਭਜਨ ਸਿਮਰਨ ਦਾ ਅਭਿਆਸ ਕਰੋ। ਅੰਮ੍ਰਿਤ ਵੇਲੇ ਸੰਭਾਲਣ ਦੀ ਕੋਸ਼ਿਸ਼ ਕਰੋ। ਘੱਟੋ ਘੱਟ ਰੋਜ਼ ਦੀ ਤੁਹਾਡੀ ਸੀਟਿੰਗ 2.5-3 ਘੰਟੇ ਦੀ ਰੋਜ਼ ਦੀ ਸੀਟਿੰਗ ਹੋਣੀ ਚਾਹੀਦੀ ਆ। ਫਿਰ ਤੁਹਾਨੂੰ ਹਰ ਗੱਲ ਦਾ ਜਵਾਬ ਤੁਹਾਨੂੰ ਮਿਲੇਗਾ। ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ। ਬਾਹਰ ਦਾ ਗਿਆਨ ਸਾਡੇ ਸਵਾਲ ਪੈਦਾ ਕਰਦਾ, ਜਿਹੜਾ ਅੰਦਰ ਦਾ ਗਿਆਨ ਸਾਡੇ ਸਵਾਲ ਖਤਮ ਕਰਦਾ ਹੈ।
ਤੇ ਇਸ ਕਰਕੇ ਆਪ ਆਪਣਾ ਪ੍ਰੈਕਟੀਕਲ ਕਰੋ। ਪ੍ਰੈਕਟੀਕਲ ਕਰੋਗੇ ਤੁਹਾਨੂੰ ਕੁਛ ਨਾ ਕੁਛ ਅਨੁਭਵ ਹੋਵੇਗਾ, ਸੱਚ ਦਾ ਗਿਆਨ ਹੋਵੇਗਾ। ਇਹ ਕਰਨੀ ਦਾ ਮਾਰਗ ਆ, ਕਰਕੇ ਹੀ ਮਿਲਣਾ, ਗੱਲਾਂ ਦਾ ਕੋਈ ਕੰਮ ਨਹੀਂ ਇਹਦੇ ਵਿੱਚ ਹੈਗਾ। ਮੈਂ ਫੇਰ ਬਾਰ-ਬਾਰ ਕਹਿਣਾ ਕਿ ਵਰਤ ਰੱਖਣ ਦੀ ਲੋੜ ਨਹੀਂ ਹੈਗੀ, ਭੁੱਖੇ ਰਹਿਣ ਦੀ ਲੋੜ ਨਹੀਂ ਹੈਗੀ। ਆਪਣੇ ਸਰੀਰ ਨੂੰ ਤੰਦਰੁਸਤ ਰੱਖੋ, ਸਰੀਰ ਨੂੰ ਵਧੀਆ ਖੁਰਾਕ ਰੱਖੋ, ਸਰੀਰ ਨੂੰ ਸਾਫ਼ ਸੁਥਰਾ ਰੱਖੋ। ਇਹ ਸਰੀਰ ਹਰੀ ਦਾ ਮੰਦਰ ਆ। ਅਸੀਂ ਬਾਹਰ ਮੰਦਰ ਗੁਰਦੁਆਰਿਆਂ ਨੂੰ ਕਿੰਨਾ ਸੋਹਣਾ ਸਜਾਉਂਦੇ ਹਾਂ। ਅਸੀਂ ਬਾਹਰਲੇ ਮੰਦਰਾਂ ਨੂੰ, ਬਾਹਰ ਦੇ ਗੁਰਦੁਆਰਿਆਂ ਨੂੰ ਅਸੀਂ ਕਿੰਨਾ ਸੋਹਣਾ ਸਜਾਉਂਦੇ ਹਾਂ। ਜਿਹੜਾ ਅਸਲੀ ਹਰੀ ਦਾ ਘਰ ਆ, ਹਰੀ ਦਾ ਮੰਦਰ ਇਹ ਸਰੀਰ ਆ, ਅਸੀਂ ਇਹਨੂੰ ਗੰਦਾ ਕਿਉਂ ਕਰਦੇ ਪਏ ਹਾਂ? ਇਹਨੂੰ ਸਾਫ਼ ਸੁਥਰਾ ਰੱਖੋ, ਸ਼ੁੱਧ ਖਾਣਾ ਖਾਓ, ਵਧੀਆ ਖਾਣਾ ਖਾਓ, ਸ਼ਾਕਾਹਾਰੀ ਭੋਜਨ ਖਾਓ। ਇਹਨੂੰ ਤੰਦਰੁਸਤ ਰੱਖੋ। ਤੁਸੀਂ ਦੇਖਿਆ ਹੋਣਾ ਕਈ ਧਰਮਾਂ ਦੇ ਵਿੱਚ ਉਹ ਵਰਤ ਰੱਖਦੇ, ਵਰਤ ਰੱਖੀ ਜਾਂਦੇ, ਪਰ ਉਹਨਾਂ ਦਾ ਸਰੀਰ ਦੇਖੋ ਕਿੰਨੇ ਕਸ਼ਟ ਆਉਣ। ਉਹਨਾਂ ਨੂੰ ਸ਼ੂਗਰ ਆ, ਬੀਪੀ ਦੀ ਪ੍ਰੋਬਲਮ, ਸਰੀਰ ਦਰਦ ਦੀ ਪ੍ਰੋਬਲਮ, ਗੋਡਿਆਂ ਦੀ ਪ੍ਰੋਬਲਮ, ਕਿੰਨੇ ਦੁੱਖ ਦਰਦ ਹੁੰਦੇ ਉਹਨਾਂ ਨੂੰ। ਉਹ ਕਿੱਥੋਂ ਰੱਬ ਤੱਕ ਪਹੁੰਚ ਜਾਓਗੇ? ਰਿੱਧੀ ਸਿੱਧੀਆਂ ਉਹ ਕਰ ਸਕਦੇ ਆ, ਉਹਨੂੰ ਕੁਛ ਨਾ ਕੁਛ ਇਹਦੇ ਵਿੱਚ ਕੁਛ ਨਾ ਕੁਛ ਥੋੜਾ ਬਹੁਤਾ ਆਨੰਦ ਮਿਲ ਸਕਦਾ, ਪਰ ਪਰਮਾਤਮਾ ਨਹੀਂ ਮਿਲ ਸਕਦਾ ਉਹਨਾਂ ਨੂੰ। ਇਸ ਕਰਕੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈਗੀ। ਆਪਣੇ ਸਰੀਰ ਨੂੰ ਤੰਦਰੁਸਤ ਰੱਖੋ, ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖੋ, ਔਰ ਬਾਹਰੋਂ ਧਿਆਨ ਹਟਾ ਕੇ ਆਪਣੇ ਅੰਤਰ ਵਿੱਚ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਠੀਕ ਆ? ਜਿਹਨੂੰ ਵੀ ਪਰਮਾਤਮਾ ਮਿਲਿਆ ਅੰਦਰ ਵਿੱਚ ਹੀ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ, ਨਾ ਹੀ ਬਾਹਰ ਕਦੇ ਕਿਸੇ ਨੂੰ ਮਿਲ ਸਕਦਾ ਹੈ। ਅੰਦਰ ਪਰਮਾਤਮਾ ਬੈਠਾ, ਉਹਨੂੰ ਮਿਲਣ ਦਾ ਰਾਸਤਾ ਵੀ ਅੰਦਰ ਆ। ਅੰਦਰ ਆ ਜਾਓ ਬਸ। ਇਹ ਜੋ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਪਿਆ, ਇਹ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ। ਜਦ ਦਾ ਇਹ ਸੰਸਾਰ ਬਣਿਆ, ਜਦ ਦੀ ਇਹ ਸ੍ਰਿਸ਼ਟੀ ਬਣੀ ਆ, ਬਥੇਰੇ ਸੰਤ, ਮਹਾਂਪੁਰਸ਼, ਪੀਰ, ਪੈਗੰਬਰ, ਰਿਸ਼ੀ ਮੁਨੀ ਆਏ ਨੇ, ਗੁਰੂ ਮਹਾਰਾਜ ਆਏ ਨੇ, ਸਾਰਿਆਂ ਨੇ ਇਹੀ ਹੋਕਾ ਦਿੱਤਾ, ਇਹੀ ਸਮਝਾਇਆ। ਅੱਜ ਵੀ ਅਸੀਂ ਵੀ ਉਹੀ ਗੱਲ ਕਰਦੇ ਹਾਂ, ਕੱਲ੍ਹ ਨੂੰ ਵੀ ਇਹੀ ਗੱਲਾਂ ਹੋਣੀਆਂ। ਪਰ ਮਜ਼ਾ ਤਾਂ ਇਹ ਹੈ ਕਿ ਜੇ ਅਸੀਂ ਅਮਲ ਕਰਾਂਗੇ ਤਾਂ ਹੀ ਸਾਡੀ ਗੱਲ ਬਣਨੀ ਹੈ। ਜੇ ਅਸੀਂ ਸੰਤਾਂ, ਮਹਾਂਪੁਰਸ਼ਾਂ, ਫਕੀਰਾਂ ਦੀ ਗੱਲ ਮੰਨਾਂਗੇ, ਉਹਨਾਂ ਦੇ ਕਹਿਣ ਅਨੁਸਾਰ ਬੰਦਗੀ ਕਰਾਂਗੇ, ਜੋ ਕਹਿ ਰਿਹਾ ਉੱਦਾਂ ਦਾ ਆਪਣਾ ਜੀਵਨ ਬਣਾਵਾਂਗੇ, ਤਾਂ ਹੀ ਸਾਡਾ ਜੀਵਨ ਸੁਧਰਨਾ ਆ। ਠੀਕ ਹੈ? ਰੋਜ਼ ਆਪਣੀ ਬੰਦਗੀ ਕਰੋ, ਰੋਜ਼ ਭਜਨ ਸੇਵਨ ਦਾ ਅਭਿਆਸ ਕਰੋ। ਘੱਟੋ ਘੱਟ 2.5-3 ਘੰਟੇ ਦੀ ਰੋਜ਼ ਦੀ ਸੈਟਿੰਗ ਹੋਣੀ ਚਾਹੀਦੀ ਆ। ਫਿਰ ਤੁਹਾਨੂੰ ਤੁਸੀਂ ਕੁਛ ਨਾ ਕੁਛ ਅਨੁਭਵ ਕਰ ਸਕਦੇ ਹੋ, ਕੁਛ ਨਾ ਕੁਛ ਤੁਹਾਨੂੰ ਅਨੁਭਵ ਹੋਵੇਗਾ। 10 ਮਿੰਟ ਨਾਲ, 15 ਮਿੰਟ ਨਾਲ, ਅੱਧੇ ਘੰਟੇ ਨਾਲ ਕੁਛ ਨਹੀਂ ਹੋਣ ਵਾਲਾ। ਇਸ ਮਨ ਦੀ ਰਫ਼ਤਾਰ ਕਰੋੜਾਂ ਮੀਲਾਂ ਦੇ ਹਿਸਾਬ ਨਾਲ ਬੜੀ ਰਫ਼ਤਾਰ ਤੇਜ਼ ਆ। ਮਿੰਟਾਂ ਸਕਿੰਟਾਂ 'ਚ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ ਪਹੁੰਚ ਜਾਂਦਾ। ਇੰਨੀ ਇਹਦੀ ਰਫ਼ਤਾਰ ਆ, ਮਨ ਦੀ ਰਫ਼ਤਾਰ ਆ। ਠੀਕ ਹੈ? ਇਹਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਘੱਟੋ ਘੱਟ ਪੌਣਾ ਘੰਟਾ, 1 ਘੰਟਾ ਲੱਗ ਜਾਂਦਾ। ਫਿਰ ਕਿਤੇ ਜਾ ਕੇ ਮਨ ਸ਼ਾਂਤ ਹੁੰਦਾ, ਫਿਰ ਸਾਡੀ ਗੱਲ ਬਣਨੀ ਸ਼ੁਰੂ ਹੁੰਦੀ ਆ। ਪਰ ਅਸੀਂ ਲੋਕ 15 ਮਿੰਟ, ਅੱਧਾ ਘੰਟਾ ਕਰਕੇ ਉੱਠ ਜਾਂਦੇ ਹਾਂ ਕਿ ਲੈ ਬਹੁਤ ਸਿਮਰਨ ਕਰ ਲਿਆ। ਉਹ ਸਿਮਰਨ ਦਾ ਫਾਇਦਾ ਕੀ? ਸਿਮਰਨ ਤੁਸੀਂ ਬੈਠੇ ਹੋ, ਮਨ ਤਾਂ ਤੁਹਾਡਾ ਬਾਹਰ ਭੱਜੀ ਜਾ ਰਿਹਾ, ਮਨ ਤਾਂ ਤੁਹਾਡਾ ਸਵਾਲ ਪੈਦਾ ਕਰੀ ਜਾ, ਮਨ ਤਾਂ ਤੁਹਾਨੂੰ ਪੁਰਾਣੀ ਚੀਜ਼ਾਂ ਯਾਦ ਕਰਾਈ ਜਾ ਰਿਹਾ, ਮਨ ਤਾਂ ਤੁਹਾਡਾ ਗੁਆਂਢੀ ਘਰ ਘੁੰਮੀ ਜਾਂਦਾ, ਮਨ ਤਾਂ ਤੁਹਾਡਾ ਸਹੇਲੀਆਂ ਘਰ ਘੁੰਮੀ ਜਾਂਦਾ। ਉਹਦਾ ਬੈਠੇ ਦਾ ਫਾਇਦਾ ਕੀ ਹੈ? ਇਸ ਕਰਕੇ ਮਨ ਨੂੰ ਇਕਾਗਰ ਕਰਨ ਲਈ ਇਹਨੂੰ ਸਿਮਰਨ ਦੇ ਵਿੱਚ ਲਗਾਓ, ਔਰ ਆਪਣੀ ਸੀਟਿੰਗ ਵਧਾਓ। ਜਿੰਨਾ ਤੁਹਾਡਾ ਸਮੇਂ ਵਧੇਗਾ, ਉਨੇ ਤੁਹਾਨੂੰ ਆਨੰਦ ਮਿਲੇਗਾ। ਇਸ ਮਨ ਨੂੰ ਕੰਟਰੋਲ ਕਰਦੇ ਅੱਧਾ ਪੌਣਾ ਘੰਟਾ, 1 ਘੰਟਾ ਲੱਗ ਜਾਂਦਾ, ਪੌਣਾ ਘੰਟਾ, 1 ਘੰਟਾ ਲੱਗ ਜਾਂਦਾ। ਫਿਰ ਕਿਤੇ ਇਹ ਮਨ ਸ਼ਾਂਤ ਹੁੰਦਾ ਹੈ। ਜਦੋਂ ਤੁਹਾਡਾ ਅਭਿਆਸ ਪੱਕਾ ਹੋ ਗਿਆ, ਤੁਸੀਂ ਸਾਲ 2 ਸਾਲ ਲਗਾਤਾਰ ਤੁਸੀਂ ਸਿਮਰਨ ਇੱਦਾਂ ਕਰ ਲਿਆ, ਰੋਜ਼ ਦਾ ਤੁਹਾਡਾ ਅਭਿਆਸ ਪੱਕਾ ਹੋਇਆ, ਫਿਰ ਤਾਂ ਤੁਹਾਡੀ ਬੈਠ ਦੀ ਸਾਰੀ ਗੱਲ ਬਣ ਜਾਏ ਕਰਨੀ। ਬੈਠ ਦੀ ਤੁਹਾਡਾ ਧਿਆਨ ਚੱਲ ਪਿਆ ਕਰਨਾ। ਪਰ ਉਸ ਤੋਂ ਪਹਿਲਾਂ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਆਪਣਾ ਰੋਜ਼ ਦਾ ਸਮਾਂ ਵਧਾਉਣਾ ਪੈਣਾ। ਉਦੋਂ ਤੱਕ ਤੁਹਾਨੂੰ ਮਿਹਨਤ ਕਰਨੀ ਪੈਣੀ, ਉਦੋਂ ਤੱਕ ਤੁਹਾਨੂੰ ਚੌਂਕੜੀ ਮਾਰ ਕੇ ਬੈਠਣਾ ਪੈਣਾ, ਜਦ ਤੱਕ ਤੁਹਾਡੇ ਇੱਥੇ ਪ੍ਰਕਾਸ਼ ਨਹੀਂ ਪੈਦਾ ਹੁੰਦਾ, ਜਦ ਤੱਕ ਤੁਹਾਡੇ ਤੇ ਜੋਤ ਦੇ ਦਰਸ਼ਨ ਨਹੀਂ ਹੁੰਦੇ। ਜੋ ਤੁਹਾਡੇ ਤੇ ਪ੍ਰਕਾਸ਼ ਰੋਜ਼ ਦਿਖਣ ਲੱਗ ਗਿਆ, ਰੋਜ਼ ਤੁਹਾਨੂੰ ਜੋਤ ਦਰਸ਼ਨ ਹੋਣ ਲੱਗ ਗਏ, ਫਿਰ ਤਾਂ ਤੁਸੀਂ ਚੱਲਦੇ ਫਿਰਦੇ ਤੁਹਾਡੀ ਗੱਲ ਬਣੀ ਜਾਣੀ ਹੈ। ਪਰ ਉਦੋਂ ਤੱਕ, ਉਸ ਤੋਂ ਪਹਿਲਾਂ ਤੁਹਾਨੂੰ ਬੈਠਣਾ ਪੈਣਾ, ਚੌਂਕੜੀ ਮਾਰ ਕੇ ਇਕਾਗਰ ਹੋ ਕੇ ਬੈਠਣਾ ਪੈਣਾ ਹੀ ਪੈਣਾ। ਚੌਂਕੜੀ ਮਾਰ ਕੇ ਰੋਜ਼ ਬੈਠੋ, ਬਿਲਕੁਲ ਸਿੱਧਾ ਹੋ ਕੇ, ਸਟੇਟ,
ਧਿਆਨ ਆਪਣਾ ਇੱਥੇ ਰੱਖਣਾ, ਆਪਣੇ ਅੰਤਰ ਵਿੱਚ ਸਿਮਰਨ ਕਰਦੇ ਰਹਿਣਾ ਚਾਹੀਦਾ। ਜਦੋਂ ਬੈਠਣਾ ਤੁਹਾਡਾ ਸਰੀਰ ਕਿਤੋਂ ਵੀ ਦਰਦ ਨਹੀਂ ਕਰਨਾ ਚਾਹੀਦਾ, ਤੁਹਾਡੇ ਪੈਰ ਕਿਤੋਂ ਦਰਦ ਨਹੀਂ ਕਰਨੇ ਚਾਹੀਦੇ, ਰਿਲੈਕਸ ਹੋ ਕੇ ਬੈਠਣਾ। ਠੀਕ ਆ, ਫਿਰ ਆਪਣੇ ਅੰਤਰ ਵੀ ਇੱਥੇ ਧਿਆਨ ਜੋੜ ਲੈਣਾ, ਫਿਰ ਆਪਣਾ ਸਿਮਰਨ ਸ਼ੁਰੂ ਕਰ ਦੇਣਾ। ਸਰੀਰ ਵੱਲ ਧਿਆਨ ਨਹੀਂ ਦੇਣਾ, ਧਿਆਨ ਤੁਹਾਡਾ ਇੱਥੇ ਹੋਣਾ ਚਾਹੀਦਾ। ਜਦ ਤੱਕ ਤੁਹਾਡਾ ਧਿਆਨ ਇੱਥੇ ਆ ਤਦ ਤੱਕ ਤੁਹਾਡੇ ਸਰੀਰ ਵਿੱਚ ਕੋਈ ਪ੍ਰੋਬਲਮ, ਕੋਈ ਦਰਦ ਨਹੀਂ ਹੋਣੀ। ਜਦੋਂ ਤੁਹਾਡਾ ਧਿਆਨ ਇੱਥੋਂ ਹਟ ਕੇ ਸਰੀਰ ਦੇ ਵਿੱਚ ਗਿਆ, ਜਾਂ ਪੈਰਾਂ ਵਿੱਚ ਧਿਆਨ ਗਿਆ, ਜਾਂ ਲੱਤਾਂ ਵਿੱਚ ਧਿਆਨ ਗਿਆ, ਜਾਂ ਗੋਡੇ ਵਿੱਚ ਧਿਆਨ ਗਿਆ, ਤਾਂ ਤੁਹਾਡਾ ਜਦੀ ਦਰਦ ਸ਼ੁਰੂ ਹੋ ਜਾਣੀ। ਫਿਰ ਤੁਹਾਡਾ ਧਿਆਨ ਕਦੇ ਉੱਪਰ ਲੱਗਣਾ ਨਹੀਂ ਹੈਗਾ। ਠੀਕ ਹੈ, ਇਸ ਕਰਕੇ ਹਮੇਸ਼ਾ ਧਿਆਨ ਇੱਥੇ ਰੱਖਣਾ, ਬਸ ਸਰੀਰ ਵੱਲ ਕੋਈ ਧਿਆਨ ਨਹੀਂ ਦੇਣਾ, ਇੱਥੇ ਬਸ ਬੈਠਣ ਲੱਗੇ ਬਿਲਕੁਲ ਰਿਲੈਕਸ ਬਹਿਣਾ, ਕਿਤੋਂ ਸਰੀਰ ਦਰਦ ਨਾ ਕਰੇ। ਠੀਕ ਹੈ, ਜਦੋਂ ਬੈਠ ਗਏ ਫਿਰ ਇੱਥੇ ਧਿਆਨ ਦੇਣਾ, ਆਪਣੇ ਅੰਤਰ ਵਿੱਚ ਆਪਣੇ ਮਨ ਤੋਂ ਸਿਮਰਨ ਕਰਾਉਂਦੇ ਰਹਿਣਾ, ਸਵਾਸ ਸਾਸ ਸਿਮਰਨ ਕਰ ਦੇਣਾ। ਵੱਧ ਤੋਂ ਵੱਧ ਸਿਟਿੰਗ 2.5-3 ਘੰਟੇ ਤੁਹਾਡੀ ਸਿਟਿੰਗ ਘੱਟੋ ਘੱਟ ਹੋਣੀ ਚਾਹੀਦੀ ਹੈ ਰੋਜ਼ ਦੀ। ਫਿਰ ਤੁਸੀਂ ਉਹ ਅਸਲੀ ਆਨੰਦ ਦੀ ਪ੍ਰਾਪਤੀ ਕਰ ਸਕਦੇ ਹੋ। 10 ਮਿੰਟ ਨਾਲ, 15 ਮਿੰਟ ਨਾਲ, ਅੱਧੇ ਘੰਟੇ ਨਾਲ ਕੁਛ ਨਹੀਂ ਬਣਨ ਵਾਲਾ ਹੈ। ਫਿਰ ਤਾਂ ਤੁਸੀਂ ਆਪਣਾ ਸਮੇਂ ਖਰਾਬ ਕਰਦੇ ਪਏ ਹੋ। ਠੀਕ ਹੈ ਨਾ, ਤੇ ਇਸ ਕਰਕੇ ਵੱਧ ਤੋਂ ਵੱਧ ਸਮਾਂ ਲਗਾਓ। ਮੇਰੀ ਦਾਸ ਦੀ ਬੇਨਤੀ ਪ੍ਰਵਾਨ ਕਰਨਾ, ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਹੋ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨੀ, ਵੱਧ ਤੋਂ ਵੱਧ ਸਮੇਂ ਵਧਾਉਣਾ ਆਪਣਾ। ਰੋਜ਼ ਸਮੇਂ ਵਧਾਉਣ ਦੀ ਕੋਸ਼ਿਸ਼ ਕਰੋ, 2.5-3 ਘੰਟੇ ਤੱਕ ਲੈ ਕੇ ਆਣੀ ਰੋਜ਼ ਦੀ ਸੀਟਿੰਗ। ਹੌਲੀ ਹੌਲੀ ਅਭਿਆਸ ਵਧਾਓ ਆਪਣਾ। ਜਦੋਂ ਤੁਹਾਡੇ 2.5-3 ਘੰਟੇ ਰੋਜ਼ ਦੀ ਸੀਟਿੰਗ ਬਣ ਗਈ, ਤੁਹਾਨੂੰ ਇਹਦੇ ਵਿੱਚ ਹੀ ਕਾਫੀ ਤੁਹਾਨੂੰ ਅਨੁਭਵ ਹੋ ਜਾਣਾ, ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ। ਫਿਰ ਤੁਹਾਨੂੰ ਸਦਾ ਸਦਾ ਆਨੰਦ ਮਿਲਣ ਲੱਗ ਜਾਊਗਾ। ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਆਪਣੇ ਗੁਰੂ 'ਤੇ ਵਿਸ਼ਵਾਸ ਰੱਖਣਾ, ਗੁਰੂ 'ਤੇ ਭਰੋਸਾ ਰੱਖਣਾ। ਠੀਕ ਹੈ, ਜਦ ਤੱਕ ਤੁਹਾਡੇ ਵਿਸ਼ਵਾਸ ਨਹੀਂ ਪਿਆ ਤਦ ਤੱਕ ਗੱਲ ਨਹੀਂ ਬਣੀ। ਤੁਹਾਡੇ ਤੋਂ ਗੁਰੂ 'ਤੇ ਆਪਣੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ। ਗੁਰੂ ਨੇ ਜਿਸ ਤਰ੍ਹਾਂ ਤੁਹਾਨੂੰ ਯੁਕਤੀ ਦਿੱਤੀ, ਨਾਮ ਦੀ ਯੁਕਤੀ ਦਿੱਤੀ, ਉਸੇ ਤਰ੍ਹਾਂ ਤੁਸੀਂ ਰੋਜ਼ ਅਭਿਆਸ ਕਰਦੇ ਰਹੋ। ਠੀਕ ਹੈ, ਰੋਜ਼ ਕੋਈ ਛੁੱਟੀ ਨਹੀਂ ਕਰਨੀ ਹੈ, ਬਿਨ ਨਾਗਾ। ਕੋਈ ਇੱਛਾ ਨਹੀਂ, ਕੋਈ ਸਵਾਲ ਨਹੀਂ, ਕੋਈ ਅਰਦਾਸ ਨਹੀਂ ਕਰਨੀ, ਕੋਈ ਬੇਨਤੀ ਕਰਨ ਦੀ ਲੋੜ ਨਹੀਂ ਹੈਗੀ, ਕੋਈ ਦੁਨਿਆਵੀ ਕੋਈ ਗੱਲ ਕਰਨ ਦੀ ਲੋੜ ਨਹੀਂ। ਬਸ ਅੱਖਾਂ ਬੰਦ ਕਰਕੇ ਇਕਾਗਰ ਹੋ ਕੇ ਬੈਠ ਜਾਓ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਦਾਸ ਦੇ ਕੋਈ ਬੋਲਣ ਵਿੱਚ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਜੇ ਅੱਛੇ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਨੂੰ ਵੀ ਢਾਲਣ ਦੀ ਕੋਸ਼ਿਸ਼ ਕਰਨੀ ਆ। ਮੈਂ ਉਮੀਦ ਕਰਦਾ ਕਿ ਤੁਸੀਂ ਰੋਜ਼ ਸਿਮਰਨ ਕਰੋਗੇ, ਰੋਜ਼ ਬੰਦਗੀ ਕਰੋਗੇ। ਠੀਕ ਹੈ, ਇੱਕ ਦਿਨ ਕਰਨ ਵਾਲਾ ਕੰਮ ਨਹੀਂ, ਰੋਜ਼ ਕਰਨ ਵਾਲਾ ਕੰਮ ਆ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ। ਤੁਸੀਂ ਆਪਣਾ ਕਰੋ, ਕੰਮ ਕਰੋ, ਗੁਰੂ ਆਪਣਾ ਕੰਮ ਕਰੇਗਾ। ਠੀਕ ਹੈ ਨਾ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।